ਕਿਹੜੀ ਚੁਣੌਤੀ ਕਿਹੜੀ ਔਕੜ ਗੁਰੂ ਗੋਬਿੰਦ ਸਿੰਘ ਤੇ ਨਹੀਂ ਆਈ। ਉਹਨਾਂ ਨੇ ਹਰ ਔਕੜ ਨੂੰ ਚੀਰ ਗਿਆ। ਦਰਬਾਰ ਸਾਹਿਬ ਦੇ ਅੰਦਰ ਹਰਮੰਦਰ ਸਾਹਿਬ ਪਹਿਲੀ ਵਾਰ ਅਰਦਾਸ ਹੋਈ ਹੈ ਉਸ ਮੋਰਚੇ ਵਾਸਤੇ ਵੀ ਕਿਸਾਨ ਜਿਹੜੇ ਨੇ ਉਹ ਆਪਣੇ ਹੱਕ ਮੰਗ ਰਹੇ ਆ। ਉਹਨਾਂ ਕਿਸਾਨਾਂ ਨੂੰ ਸਭ ਤੋਂ ਵੱਡੀ ਸ਼ਾਬਾਸ਼ੀ ਜੀ, ਉਹਨਾਂ ਬੰਦਿਆਂ ਨੇ ਅੱਜ ਤੱਕ ਕਿਸੇ ਦਾ ਇੱਕ ਪੈਸੇ ਦਾ ਨੁਕਸਾਨ ਨਹੀਂ ਕੀਤਾ। ਇੱਕ ਅੱਗੇ ਪਹਿਲਾਂ ਮੂਵਮੈਂਟ ਉੱਠੀ ਸੀ ਰਿਜ਼ਰਵੇਸ਼ਨ ਦੀ, ਇੰਨੀ ਤੋੜ ਫੋੜ ਹੋਈ, ਇੰਨਾ ਪਾਪ ਹੋਇਆ। ਅੱਜ ਕਿੰਨੇ ਮਹੀਨੇ ਹੋ ਗਏ ਆ ਉੱਥੇ ਬੈਠਿਆ, ਕਿਸੇ ਦੀ ਇੱਜ਼ਤ ਕਿਸੇ ਦੀ ਕੋਈ ਮਾਲ ਕੋਈ ਨੁਕਸਾਨ, ਜਾਨ ਮਾਲ ਦਾ ਕੋਈ ਨੁਕਸਾਨ। ਮੈਂ ਦੇਖੋ ਕਹਿਣਾ ਕਿ ਸਿੰਘੂ ਬਾਰਡਰ ਉੱਤੇ ਗੁਰੂ का ਪੰਜਾਬ ਵਸ ਗਿਆ। ਪਰ ਇਹ ਮਸਲਾ ਹੁਣ ਇੰਟਰਨੈਸ਼ਨਲ ਪੱਧਰ ਤੇ ਉੱਠ ਚੁੱਕਾ ਹੈ। ਇਹ ਕਿਸਾਨ ਅੰਦੋਲਨ ਲਈ ਆ, ਇਹ ਹਰ ਇਨਸਾਨ ਅੰਦੋਲਨ ਬਣ ਗਿਆ। ਸਿੱਖ ਦੀ ਦੇਸ਼ ਭਗਤੀ ਉੱਤੇ ਕਿਸੇ ਨੂੰ ਸ਼ੱਕ ਨਹੀਂ ਕਰਨਾ ਚਾਹੀਦਾ। ਗਿਆਨੀ ਪਿੰਦਰਪਾਲ ਸਿੰਘ ਜੀ ਮੌਜੂਦ ਨੇ, ਗੱਲਬਾਤ ਕਰਦੇ ਆ ਤੇ ਇਤਿਹਾਸ ਜਾਣਦੇ ਆ ਗਿਆਨੀ ਪਿੰਦਰਪਾਲ ਸਿੰਘ ਜੀ ਪਾਸੋਂ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਪਾਵਨ ਪਵਿੱਤਰ ਧਰਤੀ ਜਿੱਥੇ ਆ ਕੇ ਹਰ ਬੰਦਾ ਨਤਮਸਤਕ ਹੋਣਾ ਚਾਹੁੰਦਾ ਹੈ, ਇਸ ਧਰਤੀ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ। ਆਮ ਤੌਰ ਤੇ ਜਦੋਂ ਅਸੀਂ ਦੁਨਿਆਵੀ ਪੱਧਰ ਤੇ ਦੇਖਦੇ ਹਾਂ, ਸੰਸਾਰਕ ਪੱਧਰ ਤੇ ਦੇਖਦੇ ਹਾਂ, ਜਦੋਂ ਕਿਸੇ ਘਰ ਦੇ ਵਿੱਚ ਬੱਚਾ ਪੈਦਾ ਨਾ ਹੋਵੇ, ਕੁਝ ਸਾਲ ਲੰਘ ਜਾਣ ਤੇ ਬੜੇ ਵਹਿਮ ਭਰਮ ਫੈਲ ਜਾਂਦੇ ਨੇ ਜਾਂ ਤਰ੍ਹਾਂ ਤਰ੍ਹਾਂ ਦੀਆਂ ਸਲਾਹਾਂ ਦਿੱਤੀਆਂ ਜਾਂਦੀਆਂ ਨੇ। ਤੇ ਇਤਿਹਾਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਮਾਤਾ ਗੁਜਰੀ ਜੀ ਦੇ ਬਹੁਤ ਸਾਲਾਂ ਬਾਅਦ ਬਾਲਕ ਗੋਬਿੰਦ ਰਾਏ ਦਾ ਜਨਮ ਹੋਇਆ ਸੀ ਉਹਨਾਂ ਦੇ ਗ੍ਰਹਿ ਵਿਖੇ। ਕਿੰਨੇ ਸਾਲਾਂ ਬਾਅਦ ਜਨਮ ਹੋਇਆ ਸੀ ਤੇ ਜਦੋਂ ਜਨਮ ਹੋਇਆ ਇਸ ਧਰਤੀ ਤੇ, ਉਸ ਸਮੇਂ ਮਾਹੌਲ ਕਿਹੋ ਜਿਹਾ ਸੀ, ਕਿਹੋ ਜਿਹੀ ਖੁਸ਼ੀ ਮਨਾਈ ਗਈ? ਸਭ ਤੋਂ ਪਹਿਲਾਂ ਆਪ ਜੀ ਦੇ ਅਦਾਰੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਆਪ ਜੀ ਦਾ ਇਹ ਸਵਾਲ ਕਿ ਇਹ ਉਹ ਪਾਵਨ ਪਵਿੱਤਰ ਧਰਤੀ ਹੈ ਜਿੱਥੇ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਚਰਨ ਪਏ। ਇਸ ਧਰਤੀ ਤੇ ਇੱਕ ਬੜੀ ਨੀਅਤ ਸਾਫ ਵਾਲਾ ਬੰਦਾ ਸੀ ਜਿਸ ਨੂੰ ਅਸੀਂ ਸਾਲਸਰਾਏ ਜੋਰੀ ਕਹਿੰਦੇ। ਉਹ ਬੰਦਾ ਇੰਨਾ ਧਰਮੀ ਸੀ ਕਿ ਭਾਈ ਮਰਦਾਨੇ ਨੇ ਲਾਲ ਦਿੱਤਾ, ਗੁਰੂ ਸਾਹਿਬ ਨੇ ਭਾਈ ਮਰਦਾਨੇ ਨੂੰ, ਉਹਨੇ ਦੇਖ ਕੇ ਕਹਿ ਦਿੱਤਾ ਇਹਦੀ ਕੋਈ ਕੀਮਤ ਨਹੀਂ, ਸਿਰਫ ਦੇਖਣ ਦੀ 100 ਰੁਪਈਆ। ਇਹਦਾ ਮਤਲਬ ਜੇ ਅੰਦਰੋਂ ਬੇਈਮਾਨ ਹੁੰਦਾ ਉਹ ਚਲਾਕੀ ਨਾਲ ਲਾਲ ਹਾਸਿਲ ਕਰ ਸਕਦਾ ਸੀ। ਉਹ ਬੰਦਾ ਨੀਅਤ ਦਾ ਸਾਫ ਸੀ। ਗੁਰੂ ਨਾਨਕ ਸਾਹਿਬ ਦੇ ਚਰਨ ਪਏ। ਹਜ਼ੂਰ ਨੇ ਇੱਥੇ ਬਚਨ ਕਹੇ ਸਨ, ਗਾਏ ਘਾਟ, ਸਮਾਂ ਆਏਗਾ ਸੀ ਬਹੁਤ ਸਮਾਂ ਇੱਥੇ ਰਹਾਂਗੇ। ਦੂਸਰਾ ਸਵਾਲ, ਮਾਤਾ ਗੁਜਰੀ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਾਦੀ ਵਿਵਾਹ ਕਰਤਾਰਪੁਰ ਹੋਇਆ, ਜਲੰਧਰ ਦੇ ਨਜ਼ਦੀਕ। ਜਿਸ ਵਕਤ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਹੋਇਆ, ਗੁਰੂ ਤੇਗ ਬਹਾਦਰ ਸਾਹਿਬ ਦੀ ਉਮਰ 45 ਸਾਲ, ਮਾਤਾ ਗੁਜਰੀ ਜੀ 40 ਸਾਲ ਟੱਪ ਚੁੱਕੇ ਸਨ। ਵਿਆਹ ਹੋਇਆਂ ਨੂੰ 3 ਦਹਾਕੇ ਤੋਂ ਵੱਧ ਸਮਾਂ ਹੋ ਗਿਆ, 30-32 ਸਾਲ। ਉਹਦਾ ਇੱਕ ਕਾਰਨ ਹੈ, ਗੁਰੂ ਗੋਬਿੰਦ ਸਿੰਘ ਖੁਦ ਬਚਨ ਕਰਦੇ ਆ, ਇੱਕ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਆਪਣੀ ਤਪੱਸਿਆ, ਆਪਣੀ ਇਬਾਦਤ, ਤੇ ਦੂਜਾ ਮਾਤਾ ਪਿਤਾ ਦੀ ਬੰਦਗੀ ਕੀਤੀ। ਕਿਉਂਕਿ ਏਡੇ ਵੱਡੇ ਮਰਦ ਅਗੰਬੜੇ ਨੂੰ ਜਨਮ ਦੇਣ ਲਈ 23 ਸਾਲ ਕੁੱਖ ਨੂੰ ਇਬਾਦਤ ਕਰਨੀ ਪਈ। ਮਹਾਰਾਜ ਨੇ ਕਿਹਾ, ਤਾਤ ਮਾਤ ਮੁਰ ਅਲਖ ਆਰਾਧਾ, ਬਹੁ ਵਿਧ ਜੋਗ ਸਾਧਨਾ ਸਾਧਾ, ਤਿੰਨ ਜੋ ਕਰੀ ਅਲਾਕੀ ਸੇਵਾ, ਤਾਂ ਤੇ ਭੈ ਪ੍ਰਸੰਨ ਗੁਰਦੇਵਾ। ਇਸ ਵਿੱਚ ਮਾਤਾ ਪਿਤਾ ਦੀ ਵੇਖੋ, ਗ੍ਰਸਤੀ ਵਾਸਤੇ ਵਾਸ਼ਨਾ ਨੂੰ ਕਾਬੂ ਕਰਕੇ ਰੱਖਣਾ। ਗੁਰੂ ਤੇਗ ਬਹਾਦਰ ਅੰਦਰ ਇਬਾਦਤ ਕਰਦੇ ਆ ਤੇ ਮਾਤਾ ਗੁਜਰੀ ਜੀ 2 ਦਹਾਕੇ ਤੋਂ ਵੱਧ ਸਮਾਂ ਉਹਨਾਂ ਦੀ ਸੇਵਾ ਕਰਦੇ, ਬਾਬਾ ਬਕਾਲਾ ਸਿੰਘ। ਇਸ ਕਰਕੇ ਮਾਤਾ ਪਿਤਾ ਦੀ ਭਗਤੀ ਇਬਾਦਤ ਕਰਕੇ ਗੁਰੂ ਗੋਬਿੰਦ ਸਿੰਘ ਉਸ ਘਰ ਚ ਆਏ। ਕਿੰਨਾ ਕੋ ਖੁਸ਼ੀ ਦਾ ਮਾਹੌਲ ਸੀ ਜਦੋਂ ਬਾਲਕ ਗੋਬਿੰਦ ਰਾਏ ਜੀ ਦਾ ਜਨਮ ਹੁੰਦਾ ਇਸ ਧਰਤੀ ਤੇ? ਕਿੰਨੀਆਂ ਕੋ ਖੁਸ਼ੀਆਂ ਮਨਾਈਆਂ ਜਾਂਦੀਆਂ ਗਈਆਂ ਸਨ? ਆਮ ਤੌਰ ਤੇ ਜਦੋਂ ਵੀ ਬੱਚਾ ਜਨਮ ਲੈਂਦਾ ਹੈ ਤੇ ਖਾਸ ਕਰਕੇ ਜਦੋਂ ਇੰਨੇ ਸਮੇਂ ਬਾਅਦ ਲਿਆ ਜਾਵੇ ਤੇ ਉਸ ਸਮੇਂ ਦਾ ਖੁਸ਼ੀ ਦਾ ਮਾਹੌਲ ਹੁੰਦਾ ਹੀ ਹੈ। ਉਹਦੇ ਵਿੱਚ 2 ਗੱਲਾਂ ਨੇ। ਇੱਕ ਹੁੰਦੀ ਹੈ ਦੁਨਿਆਵੀ ਵਿਆਖਿਆ, ਬੱਚੇ ਦਾ ਜਨਮ ਹੋਇਆ, ਪਰਿਵਾਰ ਨੇ ਖੁਸ਼ੀ ਮਨਾਈ, ਭਿਖਾਰੀ ਆਏ, ਲੋੜਵੰਦ ਆਏ। ਦੂਜਾ ਹੁੰਦਾ ਹੈ ਜਿਹੜੇ ਅਵਤਾਰੀ ਪੁਰਸ਼ ਹੁੰਦੇ ਨੇ, ਉਹਨਾਂ ਦੀ ਰੂਹਾਨੀਅਤ ਦੀ ਜੈ ਜੈਕਾਰ ਬਹੁਤ ਹੁੰਦੀ ਹੈ। ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਹੋਇਆ, ਪਹਿਲੀ ਗੱਲ ਤੇ ਗੁਰੂ ਤੇਗ ਬਹਾਦਰ ਘਰ ਹੀ ਨਹੀਂ ਹੈਗੇ। ਦੇਖੋ, ਇੱਕ ਗ੍ਰਸਤੀ ਹੈ ਜਿਸ ਦੀ 45 ਸਾਲ ਦੀ ਉਮਰ, ਦੁਨਿਆਵੀ ਕਹਿ ਰਿਹਾ, ਵਿਆਹ ਹੋਇਆਂ ਨੂੰ 30-32 ਸਾਲ ਹੋ ਗਿਆ, ਘਰ ਸੰਤਾਨ ਆ ਰਹੀ ਪਰ ਆਪ ਘਰ ਨਹੀਂ।
ਕਿਉਂਕਿ ਉਹ ਭਗਤ ਦਾ ਭਾਰ ਹਰਨ ਵਾਸਤੇ ਗਏ ਆ। ਇਦੋਂ ਵੱਡੀ ਖੁਸ਼ੀ ਇੱਕ ਹੈ, ਇਹ ਸਾਰੇ ਪਟਨੇ ਨੇ ਬਹੁਤ ਪਿਆਰ ਕੀਤਾ। ਮਹਾਰਾਜ ਨੇ ਲਿਖਿਆ ਕਿ ਗੋਬਿੰਦ ਦਾਸ ਜੀ ਦੇ ਜਨਮ ਕੀ ਵਧਾਈ ਹੋ, ਜਿਨਨੇ ਪੈਸਾ ਟਕਾ ਲਾਇਆ ਸਭ ਨੂੰ ਸੀਸ ਦਿੱਤੀ। ਤੁਸੀਂ ਦੇਖੋ ਇਦਾਂ ਇੱਥੇ ਰੂਹਾਨੀ ਨੂਰ ਬਰਸਿਆ। ਕਿੱਥੇ ਪੰਜਾਬ ਦੀ ਧਰਤੀ ਤੋਂ ਭੀਖਣ ਛਾ ਆਇਆ, ਉਹ ਮੁਸਲਮਾਨ 5 ਵਕਤ ਦਾ ਨਮਾਜ਼ੀ ਭਾਵੇਂ ਸੂਫੀ ਹੈ, ਤੇ ਕਿੱਥੇ ਠਾਕੁਰ ਨੂੰ ਪੂਜਣ ਵਾਲਾ ਸ਼ਿਵਦਾਤਾ ਹੈ। ਇਹਨਾਂ ਦੋਨਾਂ ਉੱਤੇ ਸਤਿਗੁਰਾਂ ਨੇ ਮਿਹਰ ਕੀਤੀ। ਸਾਰਾ ਪਟਨਾ ਤੁਸੀਂ ਇਹ ਦੇਖੋ, ਜਦੋਂ ਜਨਮ ਹੋਇਆ ਕਿੰਨੀ ਖੁਸ਼ੀ ਹੋਵੇਗੀ ਕਿ ਮਹਾਰਾਜ ਜਦੋਂ ਛੱਡ ਕੇ ਗਏ ਆ, ਪਟਨਾ ਸਾਹਿਬ ਤੋਂ ਦਾਨਾਪੁਰ ਤੱਕ ਸੰਗਤ ਨਾਲ ਹੀ ਗਈ, ਜਿਹਨੂੰ ਆਪਾਂ ਹਾਂਡੀ ਸਾਹਿਬ ਕਹਿੰਦੇ। ਬਹੁਤ ਸੰਗਤ ਨੇ ਖੁਸ਼, ਖਾਸ ਕਰਕੇ ਮਾਤਾ ਨਾਨਕੀ ਬਹੁਤ ਪ੍ਰਸੰਨ ਸਨ। ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ ਜੀ, ਗੁਰੂ ਗੋਬਿੰਦ ਸਿੰਘ ਜੀ ਦੇ ਦਾਦੀ ਜੀ, ਗੁਰੂ ਹਰਗੋਬਿੰਦ ਸਾਹਿਬ ਦੇ ਪਤਨੀ, ਉਹਨਾਂ ਨੂੰ ਮਹਾਰਾਜ ਨੇ ਕੀਰਤਪੁਰ ਕਿਹਾ ਸੀ, ਤੁਹਾਡੇ ਘਰ ਐਸਾ ਪੋਤਾ ਜਨਮ ਲਏਗਾ ਜਿਸ ਵਰਗਾ ਕੋਈ ਨਹੀਂ ਹੋਣਾ। ਸਾਰਾ ਪਰਿਵਾਰ ਦਾ ਖੁਸ਼ ਸੀ ਜੀ। ਗੁਰੂ ਤੇਗ ਬਹਾਦਰ ਮਹਾਰਾਜ ਉਸ ਸਮੇਂ ਕਿਸ ਜਗ੍ਹਾ ਤੇ ਗਏ ਸਨ ਤੇ ਕਿੰਨੇ ਸਮੇਂ ਬਾਅਦ ਉਹਨਾਂ ਨੇ ਆਪਣੇ ਸੁਪੁੱਤਰ ਦਾ ਮੁੱਖ ਦੇਖਿਆ? ਕਿੰਨੇ ਸਮੇਂ ਬਾਅਦ ਉਹਨਾਂ ਨੇ ਦੇਖਿਆ? ਗੁਰੂ ਤੇਗ ਬਹਾਦਰ ਉਸ ਵਕਤ ਅਸਾਮ ਨੂੰ ਗਏ। ਮੈਂ ਸਵੇਰੇ ਬੇਨਤੀ ਕੀਤੀ, ਜਿਸ ਦਿਨ ਆਗਮਨ ਹੋਇਆ ਮਹਾਰਾਜ ਸਾਰੀ ਰਾਤ ਇਬਾਦਤ 'ਚ ਰਹੇ। ਸਵੇਰੇ ਮੁਸਕਰਾਏ ਤੇ ਜੇ ਪੁੱਛਿਆ ਜੀ ਸੰਗ ਸੇਵਾਦਾਰਾਂ ਨੇ ਮੁਸਕਰਾਉਣ ਦਾ ਕਾਰਨ, ਕਹਿੰਦੇ ਅੱਜ ਗੁਰੂ ਨਾਨਕ ਦਾ 10ਵਾਂ ਜਾਮਾ ਧਰਤੀ ਤੇ ਆਇਆ। ਪਿਤਾ ਤੇ ਪੁੱਤਰ ਜਦੋਂ ਮਿਲੇ ਜੋ 5 ਸਾਲ ਦੇ ਵਿੱਚ ਕਿਸੇ 5.5 ਕੋਈ 4.5 ਕਹਿੰਦਾ। ਮੈਂ ਕਹਿੰਦਾ ਵੀ 5 ਸਾਲ ਦੇ ਇੱਥੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਰਹਿ ਕੇ ਫਿਰ ਆਨੰਦਪੁਰ ਸਾਹਿਬ ਚਲੇ ਗਏ। ਫਿਰ ਗੁਰੂ ਗੋਬਿੰਦ ਰਾਏ ਬਾਅਦ ਵਿੱਚ ਗਏ ਆ, ਸਮਾਂ ਲੱਗਦਾ। ਗੁਰੂ ਤੇਗ ਬਹਾਦਰ ਸਾਹਿਬ ਦੀ ਗੋਦ ਵਿੱਚ ਗੁਰੂ ਗੋਬਿੰਦ ਰਾਏ 2.5-3 ਸਾਲ ਤੋਂ ਵੱਧ ਨਹੀਂ ਰਹੇ। ਏਡੀ ਵੱਡੀ ਕੁਰਬਾਨੀ ਮਹਾਰਾਜ ਜੀ ਦੀ। ਕਿੰਨਾ ਸਮਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਧਰਤੀ ਤੇ ਠਹਿਰਦੇ ਨੇ? ਕੋਈ ਕਹਿੰਦਾ 4 ਸਾਲ, ਕੋਈ 6 ਸਾਲ, ਕੋਈ 7 ਸਾਲ ਵੀ ਕਹਿੰਦਾ। ਅਸਲੀਅਤ ਕੀ ਹੈ? ਕਿੰਨਾ ਸਮਾਂ ਠਹਿਰੇ? ਅਸਲੀਅਤ ਪ੍ਰੋਫੈਸਰ ਸਾਹਿਬ ਸਿੰਘ 5-6 ਸਾਲ ਦਾ ਜ਼ਿਕਰ ਕਰਦੇ, ਕਿਉਂਕਿ ਪੂਰਾ ਸਮਾਂ ਨਹੀਂ ਸਾਨੂੰ ਇਸ ਤਰ੍ਹਾਂ ਮਿਲਦਾ। ਇੰਨਾ ਕੁ ਸਮਾਂ ਸਤਿਗੁਰੂ ਜੀ ਇਸ ਧਰਤੀ ਤੇ ਰਹੇ ਆ ਜੀ। ਇੱਕ ਤੁਸੀਂ ਬੜੀ ਕਮਾਲ ਦੀ ਗੱਲ ਕੀਤੀ ਹੈ। ਆਮ ਤੌਰ ਤੇ ਸੰਗਤਾਂ ਨੂੰ ਭੁਲੇਖਾ ਹੁੰਦਾ ਹੈ ਕਿ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਹੋਰ ਸੀ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ 2 ਕਿਰਪਾਨਾਂ ਧਾਰਨ ਕੀਤੀਆਂ, ਸ਼ਾਇਦ ਉਹਨਾਂ ਦਾ ਕੋਈ ਰਸਤਾ ਹੋਰ ਸੀ। ਫਿਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ਼ਾਇਦ ਕੋਈ ਹੋਰ ਰਸਤਾ ਅਪਣਾਇਆ, ਕਿਉਂਕਿ ਉਹਨਾਂ ਨੇ ਵੀ ਖੰਡੇ ਬਾਟੇ ਦੀ ਪੌਲ ਛਕਾਈ ਤੇ ਜੰਗਾਂ ਲੜੀਆਂ। ਇਹ ਜਿਹੜਾ ਭੁਲੇਖਾ ਕਿਉਂ ਸੰਗਤਾਂ ਦੇ ਵਿੱਚ? ਉਹਦੇ ਕਈ ਕਾਰਨ ਨੇ, ਕਿਉਂਕਿ ਹਰ ਬੰਦੇ ਦੀ ਸੁਰਤੀ ਆਪੋ ਆਪਣੀ ਹੁੰਦੀ। ਕਈ ਕਮਜ਼ੋਰ ਬੰਦੇ ਵੀ ਹੁੰਦੇ ਆ। ਅਸਲ 'ਚ ਅੱਜ ਵੀ ਮੈਂ ਕਥਾ 'ਚ ਕਿਹਾ ਹੈ, ਜੋ ਗੁਰੂ ਨਾਨਕ ਸਾਹਿਬ ਨੇ ਕਿਹਾ ਨਾ, ਉਹ 10 ਜਾਮਿਆਂ ਤੱਕ ਉਹਨੂੰ ਪ੍ਰੈਕਟੀਕਲ ਅਮਲੀ ਜਾਮਾ ਪਹਿਨਾਇਆ ਗਿਆ। ਸਾਡਾ ਇੱਕ ਵਿਦਵਾਨ ਕਹਿੰਦਾ, ਜਿਹੜੀ ਕਿਰਪਾਨ ਗੁਰੂ ਗੋਬਿੰਦ ਸਿੰਘ ਨੇ ਉਠਾਈ, ਉਹਦੀ ਫੌਲਾਦ ਗੁਰੂ ਨਾਨਕ ਸਾਹਿਬ ਜੀ ਦੇ ਕੇ ਗਏ ਸਨ। ਦੇਖੋ ਇਹ ਇੱਕ ਬੜਾ ਲੰਮੀ ਚੱਲੀਏ। ਗੁਰੂ ਨਾਨਕ ਸਾਹਿਬ ਨੇ ਚੇਲੇ ਨੂੰ ਮੱਥਾ ਟੇਕ ਕੇ ਗੁਰੂ ਬਣਾਇਆ। ਉਸੇ 10ਵੇਂ ਗੁਰੂ ਨਾਨਕ ਨੇ 5 ਨੂੰ ਮੱਥਾ ਟੇਕ ਕੇ ਉਹਨਾਂ ਦਾ ਅੰਮ੍ਰਿਤ ਲਿਆ। ਗੁਰੂ ਨਾਨਕ ਸਾਹਿਬ ਜੀ ਵੀ ਗੁਰ ਚੇਲਾ ਹੈ। ਬਾਣੀ ਚ ਆਉਂਦਾ ਹੈ, ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਮਦਾ। ਇੱਥੇ ਅਸੀਂ ਪੜ੍ਹਦੇ ਹਾਂ ਆਪੇ ਗੁਰ ਚੇਲਾ। ਵਿਚਾਰਧਾਰਾ ਉਹ ਵੇ, ਕਿਉਂਕਿ ਲੋਕਾਂ ਨੂੰ ਲੱਗਦਾ ਵੀ ਸ਼ਸਤਰ ਨੇ, ਘੋੜੇ ਨੇ, ਬਾਜ ਨੇ, ਫੌਜਾਂ ਨੇ, ਨਗਾਰੇ ਨੇ। ਗੁਰੂ ਸਾਹਿਬ ਦੀ ਕੋਈ ਵੀ ਲੜਾਰੀ ਜਰ ਜ਼ੋਰੂ ਜ਼ਮੀਨ ਵਾਸਤੇ ਨਹੀਂ ਹੋਈ। ਹੱਕ ਲਈ ਹੋਈ, ਸੱਚ ਲਈ ਹੋਈ ਤੇ ਜ਼ੁਲਮ ਦਾ ਮੁਕਾਬਲਾ ਕਰ ਲਈ। ਉਹ ਸੱਚ ਹੈ। ਜੋ ਗੁਰੂ ਗੋਬਿੰਦ ਸਿੰਘ, ਤੁਸੀਂ ਦੇਖੋ ਕਿੱਡੀ ਵੱਡੀ ਕਮਾਲ ਕਿ ਗੁਰੂ ਗੋਬਿੰਦ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਨੂੰ ਭੇਜਦੇ ਆ। ਆਨੰਦਪੁਰ ਸਾਹਿਬ ਉਧਰ ਚੁੱਕਾ। ਵਜ਼ੀਰ ਖਾਨ ਨੇ ਹਜ਼ੂਰ ਦੇ 4 ਪੁੱਤਰ, 2 ਜੰਗ ਸ਼ਹੀਦ ਹੋਏ ਆ, 2 ਨੀਆਂ ਚੁਣਾ। ਉਹ ਸਮਝਦਾ ਸੀ ਵੀ ਇੱਥੇ ਕੁਝ ਹੋ ਸਕਦਾ। ਨਹੀਂ 2-3 ਸਾਲਾਂ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਚੜ੍ਹ ਕੇ ਆਉਂਦਾ ਹੈ। 700 ਸਾਲ ਦਾ ਲੋਧੀਆਂ ਮੁਗਲਾਂ ਦਾ ਰਾਜ, ਉਹਦੀਆਂ ਨੀਆਂ ਹਿਲਾ ਕੇ ਰੱਖ ਦਿੰਦਾ, ਜੜ੍ਹਾਂ ਪੱਟ ਕੇ ਰੱਖ ਦਿੰਦਾ। ਇਹ ਗੁਰੂ ਗੋਬਿੰਦ ਸਿੰਘ ਦੀ ਬਖਸ਼ਿਸ਼ ਹੈ ਜੀ। 9 ਸਾਲ ਦੀ ਉਮਰ ਸੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ, ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਕਸ਼ਮੀਰੀ ਪੰਡਤ ਜਾਂਦੇ ਨੇ, ਗੁਰੂ ਮਹਾਰਾਜ ਦੇ ਅੱਗੇ ਅਰਦਾਸ ਬੇਨਤੀ ਕਰਦੇ ਨੇ, ਸੱਚੇ ਪਾਤਸ਼ਾਹ ਸਾਡੇ ਧਰਮ ਦੀ ਬੇੜੀ ਡੁੱਬ ਰਹੀ ਹੈ, ਧਰਮ ਦੀ ਬੇੜੀ ਨੂੰ ਬਚਾ ਲਓ। ਫਿਰ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਹੁੰਦੀ ਹੈ ਦਿੱਲੀ ਦੇ ਚਾਂਦਨੀ ਚੌਂਕ 'ਚ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਕਿਹੜੇ ਗੁਣਾਂ ਨੂੰ ਦੇਖਦੇ ਹੋਏ ਗੁਰਗੱਦੀ ਤੇ ਬਿਰਾਜਮਾਨ ਕਰਦੇ ਨੇ? ਤੇ 9 ਸਾਲ ਦੀ ਉਮਰ ਦੇ ਵਿੱਚ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰਗੱਦੀ ਤੇ ਬਿਰਾਜਮਾਨ ਹੁੰਦੇ ਨੇ, ਉਹਨਾਂ ਦੇ ਸਾਹਮਣੇ ਕਿਹੜੀਆਂ ਵੱਡੀਆਂ ਚੁਣੌਤੀਆਂ ਸਨ? ਦੇਖੋ ਇੱਕ ਗੱਲ ਤੇ ਯਾਦ ਰੱਖਿਓ, ਜਿਨ੍ਹਾਂ ਨੂੰ ਗੱਦੀ ਮਿਲਦੀ ਹੈ ਨਾ, ਉਹ ਧੁਰ ਦਰਗਾਹ ਤੋਂ ਨਵਾਜੇ ਹੁੰਦੇ ਆ। ਯਾਦ ਰੱਖੋ, ਗੁਰੂ ਗੋਬਿੰਦ ਰਾਏ ਜੀ ਤੇ 9 ਸਾਲ ਦੇ ਆ, ਤੇ ਗੁਰੂ ਹਰਕ੍ਰਿਸ਼ਨ ਸਾਹਿਬ ਸਿਰਫ 5 ਸਾਲ ਦੇ ਸਨ।
ਉਹ 5 ਸਾਲ ਦੇ ਗੱਦੀ ਤੇ ਬਿਰਾਜਮਾਨ ਹੋਏ, 8 ਸਾਲ ਦੇ ਤੇ ਉਹਨਾਂ ਚੋਲਾ ਤਿਆਗ ਦਿੱਤਾ। ਅਸਲ 'ਚ ਵੀਰ ਜੀ ਧੁਰ ਦਰਗਾਹ ਤੋਂ ਨਵਾਜੀਆਂ ਰੂਹਾਂ ਆਉਂਦੀਆਂ ਨੇ। ਗੁਰੂ ਸਮਰੱਥ ਨੂੰ ਪਤਾ ਹੈ ਕਿ ਜਿਹੜਾ ਪੁੱਤਰ ਇਹ ਕਹਿ ਰਿਹਾ ਬਾਪੂ ਪਿਤਾ ਜੀ ਤੁਸੀਂ ਇਹਨਾਂ ਦੀ ਬਾਹ ਪਕੜੋ, ਕਿੱਡਾ ਵੱਡਾ ਉਹਦੇ 'ਚ ਗੁਣ ਹੋਵੇ। ਨਹੀਂ ਤੇ ਡਰੇ ਨਹੀਂ, ਘਬਰਾਏ ਨਹੀਂ। ਇਹ ਸਤਿਗੁਰਾਂ ਨੇ ਕਿਰਪਾ ਕਰਕੇ ਉਹਨਾਂ ਲਈ ਸਭ ਤੋਂ ਵੱਡੀ ਚੁਣੌਤੀ ਸੀ ਇੱਕ ਤਾਂ ਪਰਿਵਾਰਕ ਕਲੇਸ਼ ਸੀ। ਪਰਿਵਾਰਕ ਕਲੇਸ਼ ਦਾ ਮਤਲਬ ਮੀਣੀਏ ਵੱਖਰੇ ਸਨ, ਰਾਮ ਰਾਏ ਵੱਖਰਾ ਸੀ, ਉਹ ਸਰਕਾਰ ਨਾਲ ਜੁੜਿਆ ਹੋਇਆ ਸੀ, ਧੀਰ ਮਲੀਏ ਵੱਖਰੇ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਸੱਚ ਇਹ ਵੇ, ਉਹਨਾਂ ਰਵਾਲ ਸਰ ਕਿਹਾ ਸੀ ਪਹਾੜੀਆਂ ਰਾਜਿਆਂ ਨੂੰ ਤੁਸੀਂ ਇੱਕ ਹੋ ਜਾਓ, ਜ਼ੁਲਮ ਦਾ ਮੁਕਾਬਲਾ ਹੋ ਸਕਦਾ ਹੈ। ਉਹਨਾਂ ਨੇ ਕਹਿਤਾ ਜਿਹੜੇ ਆ ਨੀਚ ਨੇ ਇਹਨਾਂ ਨੂੰ ਤੁਸੀਂ ਬਿਠਾਏ, ਅਸੀਂ ਨਹੀਂ ਆ ਸਕਦੇ। ਮਹਾਰਾਜ ਨੇ ਕਿਹਾ ਨਹੀਂ, ਇਹ ਨਹੀਂ ਹੋ ਸਕਦਾ। ਮੈਂ ਕਿਹਾ ਕਿਹੜੀ ਚੁਣੌਤੀ, ਕਿਹੜੀ ਔਕੜ ਗੁਰੂ ਗੋਬਿੰਦ ਸਿੰਘ ਤੇ ਨਹੀਂ ਆਈ। ਉਹਨਾਂ ਨੇ ਹਰ ਔਕੜ ਨੂੰ ਚੀਰ ਕੇ ਰੱਖਿਆ। ਅੱਜ ਅਸੀਂ ਜੇ ਖਲੋਤੇ ਆ ਨਾ, ਉਹਦੇ ਪੁੱਤਰਾਂ ਦੇ ਖੂਨ ਕਰਕੇ ਖਲੋਤੇ ਆ। ਧੰਨਵਾਦ ਤੁਹਾਡਾ ਬਹੁਤ ਬਹੁਤ, ਆਪ ਜੀ ਦਾ ਬਹੁਤ ਸੋਹਣੇ ਸਵਾਲ। ਆਖਰੀ ਸਵਾਲ ਭਾਈ ਸਾਹਿਬ, ਇਹ ਤਖਤ ਹੈ ਜਿੱਥੋਂ ਅੱਜ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਉੱਠ ਰਹੀ ਹੈ। ਲਗਾਤਾਰ ਇੱਥੋਂ ਕਿਸਾਨਾਂ ਦੇ ਹੱਕ ਦੇ ਵਿੱਚ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਉਹ ਸ਼ਖਸੀਅਤ ਸਨ ਜਿਨ੍ਹਾਂ ਨੇ ਜ਼ੁਲਮ ਦੇ ਵਿਰੁੱਧ ਆਵਾਜ਼ ਉਠਾਈ। ਤੁਸੀਂ ਕੀ ਸੋਚਦੇ ਹੋ ਇਸ ਬਾਰੇ? ਕਿਸਾਨਾਂ ਨੂੰ ਜਿਹੜੇ ਹੱਕ ਨੇ ਉਹਨਾਂ ਦੇ ਉਹ ਕਦੋਂ ਮਿਲਣਗੇ, ਕਿਵੇਂ ਮਿਲਣਗੇ, ਅੱਗੇ ਕੀ ਕਰਨਾ ਚਾਹੀਦਾ ਕਿਸਾਨਾਂ ਨੂੰ? ਕਿਉਂਕਿ ਤੁਸੀਂ ਤਾਂ ਆਪ ਦਿੱਲੀ ਦੇ ਵਿੱਚ ਜਾ ਕੇ ਉਸ ਸਾਰੇ ਮਾਹੌਲ ਨੂੰ ਦੇਖ ਕੇ ਆਏ। ਵੇਖੋ, ਇੱਕ ਤਾਂ ਯਾਦ ਰੱਖਿਓ ਦਰਬਾਰ ਸਾਹਿਬ ਦੇ ਅੰਦਰ ਹਰਮੰਦਰ ਸਾਹਿਬ ਪਹਿਲੀ ਵਾਰ ਅਰਦਾਸ ਹੋਈ ਹੈ ਉਸ ਮੋਰਚੇ ਵਾਸਤੇ। ਦੂਜੇ ਕੋਈ ਸਿੱਖ ਐਸਾ ਨਹੀਂ ਜਿਹੜਾ ਰੋਜ਼ ਅਰਦਾਸ ਨਹੀਂ ਕਰਦਾ। ਆਪ ਸਭ ਨੂੰ ਪਤਾ ਹੈ ਵੀ ਹਿੰਦੁਸਤਾਨ ਵਿੱਚ ਜਿਹੜੀ ਕਿਸਾਨੀ ਦੀ ਰੀੜ੍ਹ ਦੀ ਹੱਡੀ ਹੈ ਨਾ, ਪੰਜਾਬ, ਹਰਿਆਣਾ ਤੇ ਯੂਪੀ ਦਾ ਉੱਤਰਾਂਚਲ ਦਾ ਇਲਾਕਾ, ਉੱਥੇ ਸਭ ਤੋਂ ਵੱਧ ਪੰਜਾਬੀ ਵਸੇ ਹੋਏ ਆ। ਉਹਦੇ ਵਿੱਚ ਇਹ ਵੇ ਵੀ ਕਿਸਾਨ ਜਿਹੜੇ ਨੇ ਉਹ ਆਪਣੇ ਹੱਕ ਮੰਗ ਰਹੇ ਆ। ਜਿਵੇਂ ਅਸੀਂ ਕਹਿੰਦੇ ਆ ਵੀ ਸਭ ਨੂੰ ਖੋਲੇ। ਅੱਜ ਤੁਸੀਂ ਵੇਖੋ, ਮੇਰੀ ਤੁਹਾਡੀ ਜੇਬ ਵਿੱਚ BSNL ਨਹੀਂ ਹੈਗਾ, ਉਹ ਖਤਮ ਹੋ ਚੁੱਕਾ ਹੈ ਕਿ ਨਹੀਂ? ਉਹਨਾਂ ਕਿਸਾਨਾਂ ਨੂੰ ਸਭ ਤੋਂ ਵੱਡੀ ਸ਼ਾਬਾਸ਼ੀ ਜੀ, ਉਹਨਾਂ ਬੰਦਿਆਂ ਨੇ ਅੱਜ ਤੀਕ ਕਿਸੇ ਦਾ 1 ਪੈਸੇ ਦਾ ਨੁਕਸਾਨ ਨਹੀਂ ਕੀਤਾ। ਮੈਂ ਹਰਿਆਣੇ ਦਾ ਵਾਂ, ਮੇਰਾ ਪਿੰਡ ਨੇੜੇ ਵੀ ਉੱਥੇ। ਜ਼ਰੂਰ ਦੱਸੋ, ਤੁਸੀਂ ਵੀ ਕਿਸਾਨੀ ਪਰਿਵਾਰ 'ਚ ਸੰਬੰਧ ਰੱਖਦੇ ਹੋ, ਕਿਹੜਾ ਪਿੰਡ ਹੈ? ਕਿ ਮੇਰਾ ਪਿੰਡ ਹਰਿਆਣੇ ਦੇ ਵਿੱਚ ਠਰਵਾ ਮਾਜਰਾ ਪਿੰਡ ਹੈ, ਸੰਧ ਨੇੜੇ। ਉਹ ਵੇਖੋ ਉੱਥੇ ਇੱਕ ਅੱਗੇ ਪਹਿਲਾਂ ਮੂਵਮੈਂਟ ਉੱਠੀ ਸੀ ਰਿਜ਼ਰਵੇਸ਼ਨ ਦੀ, ਇੰਨੀ ਤੋੜ ਫੋੜ ਹੋਈ, ਇੰਨਾ ਪਾਪ ਹੋਇਆ। ਅੱਜ ਕਿੰਨੇ ਮਹੀਨੇ ਹੋ ਗਏ ਆ ਉੱਥੇ ਬੈਠਿਆ, ਕਿਸੇ ਦੀ ਇੱਜ਼ਤ, ਕਿਸੇ ਦੀ ਕੋਈ ਮਾਲ, ਕੋਈ ਨੁਕਸਾਨ, ਜਾਨ ਮਾਲ ਦਾ ਕੋਈ ਨੁਕਸਾਨ ਨਹੀਂ। ਮੈਂ ਤੇ ਇੱਕੋ ਕਹਿਣਾ, ਇਹ ਸਿੰਘੂ ਬਾਰਡਰ ਉੱਤੇ ਗੁਰੂ ਕਾ ਪੰਜਾਬ ਵਸ ਗਿਆ ਤੇ ਉਹ ਪੰਜਾਬ ਜਿਹੜਾ ਗੁਰੂ ਗੋਬਿੰਦ ਸਿੰਘ ਦੇ ਨਾਂ ਤੇ ਜਿੰਦਾ ਹੈ। ਤੇ ਮੈਨੂੰ ਆਸ ਹੈ ਸਰਕਾਰ ਇੱਧਰ ਧਿਆਨ ਦੇ। ਜੇ ਨਹੀਂ ਦੇਗੀ, ਕਈ ਵਾਰੀ ਸੱਚ ਵਕਤੀ ਤੌਰ ਤੇ ਦਬਦਾ ਦਿਸਦਾ ਹੈ, ਪਰ ਸਮਾਂ ਲੰਘਣ ਨਾਲ ਉਹ ਰਾਜ ਕਰਦਾ ਹੁੰਦਾ। ਇਸ ਕਰਕੇ ਸਰਕਾਰ ਨੂੰ ਵੀ ਚਾਹੀਦਾ ਹੈ, ਉਹਨਾਂ ਦੀ ਸਬਰ ਵੇਖੋ। ਉਹਨਾਂ ਬੰਦਿਆਂ ਦੇ ਬੱਚੇ ਬੈਠੇ ਆ, ਸਾਡੀਆਂ ਬਜ਼ੁਰਗ, ਮੈਂ ਉੱਥੇ 2 ਵਾਰੀ ਜਾ ਆਇਆ। ਮੈਂ ਇਸ ਕਰਕੇ ਕਹਾਂਗਾ ਵੀ ਇੱਕ ਕਿਸਾਨ ਨੂੰ ਪਤਾ ਹੈ ਵੀ ਮੇਰੀ ਮੁਸ਼ਕਲ ਕੀ। ਚਲੋ ਤੁਸੀਂ ਦੁਕਾਨ ਤੇ ਦੁਕਾਨਦਾਰ ਵੀਰ ਕੰਮ ਕਰਦਾ ਹੈ, ਇਹਨੇ ਸਮਾਨ ਲਿਆ, ਉਧਾਰ ਲਿਆ। ਇੱਕ ਕਿਸਾਨ ਵਿਚਾਰਾ, ਉਹਦੀ 4 ਏਕੜ ਜ਼ਮੀਨ ਹੈ, 2 ਏਕੜ ਹੈ, ਉਹਨੂੰ ਕਿਹੜਾ ਬੰਦਾ, ਜਿਹੜਾ ਵਪਾਰੀ, ਵੱਡੀਆਂ ਕੰਪਨੀਆਂ ਨੇ, ਕਿਹੜਾ ਉਹਦੇ ਬੱਚਿਆਂ ਨੂੰ ਪੈਸੇ ਦੇਣਾ ਹੋ ਗਿਆ? ਸਾਨੂੰ ਪਤਾ, ਅਸੀਂ ਫਸਲ ਰੱਖਦੇ ਸਾਂ ਤੇ ਆੜਤੀ ਸਾਨੂੰ ਪਹਿਲੇ ਹੀ 6-6 ਮਹੀਨੇ ਪੈਸੇ ਦੇ ਦਿੰਦਾ। ਇਹ ਬੜਾ ਮੁਸ਼ਕਲ ਹੈ। ਉਹਨਾਂ ਦੀ ਗੱਲ ਨੂੰ ਸਮਝੇ ਸਰਕਾਰ ਤੇ ਉਹਨਾਂ ਦੇ ਦਰਦ ਨੂੰ ਸਮਝੇ। ਜਿਵੇਂ ਹੁਣ ਕਹਿ ਰਹੇ ਸਨ ਪ੍ਰਧਾਨ ਜੀ, ਇੰਨੇ ਬੰਦੇ ਉੱਤੇ ਸ਼ਹੀਦ ਹੋ ਗਏ ਆ, ਉਹਨਾਂ ਦਾ ਜ਼ਿਕਰ ਹੀ ਨਹੀਂ ਕੀਤਾ ਜਾ ਰਿਹਾ। ਪਰ ਇਹ ਮਸਲਾ ਹੁਣ ਇੰਟਰਨੈਸ਼ਨਲ ਪੱਧਰ ਤੇ ਉੱਠ ਚੁੱਕਾ ਹੈ। ਇਹ ਕਿਸਾਨ ਅੰਦੋਲਨ ਲਈ ਆ, ਇਹ ਹਰ ਇਨਸਾਨ ਅੰਦੋਲਨ ਬਣ ਗਿਆ, ਇਹ ਜਨ ਅੰਦੋਲਨ ਬਣ ਚੁੱਕਾ ਹੈ। ਅਸੀਂ ਤੇ ਅਰਦਾਸ ਕਰ ਰਹੇ ਹਾਂ, ਮਾਲਕ ਇਹਨਾਂ ਨੂੰ ਕਾਮਯਾਬੀ ਬਖਸ਼ੇ, ਕੋਈ ਖੂਨ ਖਰਾਬਾ ਨਾ ਹੋਵੇ, ਮਾਲਕ ਮਿਹਰ ਕਰੇ ਤੇ ਸਿੱਖ ਦੀ ਦੇਸ਼ ਭਗਤੀ ਉੱਤੇ ਕਿਸੇ ਨੂੰ ਸ਼ੱਕ ਨਹੀਂ ਕਰਨਾ ਚਾਹੀਦਾ। ਇੱਕ ਸਵਾਲ ਹੋਰ ਪੁੱਛਣਾ ਚਾਹੁੰਦਾ, ਕਿਸਾਨਾਂ ਦਾ ਇਹ ਸਬਰ ਤੇ ਜਜ਼ਬਾ ਜਿਹੜਾ ਹੈ, ਉਹ ਤੁਹਾਨੂੰ ਕੀ ਲੱਗਦਾ ਕਿੱਥੋਂ ਪ੍ਰਾਪਤ ਹੋਇਆ? ਕਿਉਂਕਿ ਨੌਜਵਾਨ ਬੜੇ ਸ਼ਾਂਤਮਈ ਢੰਗ ਨਾਲ ਬੈਠੇ ਹੋਏ ਨੇ, ਬਾਣੀ ਦਾ ਪਾਠ ਵੀ ਚੱਲ ਰਿਹਾ ਹੈ, ਉਹ ਜਿਹੜਾ ਜਜ਼ਬਾ ਹੈ ਉਹ ਕਿੱਥੋਂ ਪ੍ਰਾਪਤ ਹੁੰਦਾ ਹੈ? ਜਿਵੇਂ ਆਪਾਂ ਹੁਣੇ ਗੱਲ ਕੀਤੀ ਸੀ ਨਾ, ਇੱਕ ਅਸੀਂ ਸਿੱਖ ਕਹਿੰਦੇ ਹੁੰਦੇ ਆ, ਅਰਦਾਸ ਕਹਿੰਦਾ ਕਲਾ ਵਾਹਿਗੁਰੂ ਜੀ ਕੀ ਵਰਤੇ। ਕਲਾ ਦਾ ਲਫ਼ਜ਼ੀ ਅਰਥ ਹੁੰਦਾ ਸ਼ਕਤੀ। ਸੱਚੀ ਮੁੱਚੀ ਉੱਥੇ ਕਲਾ ਵਾਹਿਗੁਰੂ ਜੀ ਕੀ ਵਰਤ ਰਹੀ। ਜਿਸ ਗੱਲ ਤੋਂ ਇਹ ਡਰਾਉਂਦੇ ਆ, ਹੁਣ ਜਿਵੇਂ ਰਾਤ ਨੂੰ ਥੱਲੇ ਲੰਮੇ ਪੈਣਾ, ਠੰਡ ਬੜੀ ਏ, ਅਸੀਂ ਖੁਦ ਪਾਣੀ ਲਾਉਂਦੇ ਰਹੇ ਇਹਨਾਂ ਦਿਨਾਂ ਵਿੱਚ ਖੇਤਾਂ ਨੂੰ। ਆਹ ਤੇ ਉਹਨਾਂ ਦੇ ਦਿਨ ਤੇ ਨਿਕਲ ਗਏ, ਹੁਣ ਤੇ ਕੰਮ ਮੌਸਮ ਬੜਾ ਚੰਗਾ ਆ ਗਿਆ।
ਇਸ ਕਰਕੇ ਉਹ ਬੰਦੇ ਇੰਨੇ ਸਬਰ ਨਾਲ ਬੈਠੇ ਆ ਤੇ ਉਹਨਾਂ ਨੂੰ ਪਤਾ ਸਾਡੇ ਸਬਰ ਨੂੰ ਭਾਗ ਰੱਬ ਨੇ ਜ਼ਰੂਰ ਲਾਉਣਾ। ਪਰ ਮੈਂ ਫਿਰ ਵੀ ਬੇਨਤੀ ਕਰਾਂਗਾ, ਜਿਹੜੇ ਬੰਦੇ ਅਗਵਾਈ ਕਰ ਰਹੇ ਆ ਉਹਨਾਂ ਦੇ ਉੱਤੇ ਰੱਬ ਮਿਹਰ ਕਰੇ, ਏਕਤਾ ਬਖਸ਼ੇ, ਇਕਜੁੱਟਤਾ ਬਖਸ਼ੇ ਤੇ ਫਿਰ ਉਹ ਤਰੱਕੀ ਜ਼ਰੂਰ ਕਰਨਗੇ। ਸਭ ਚੰਗਾ ਜੀ, ਵਾਹਿਗੁਰੂ ਜੀ ਕਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਇਹ ਸਨ ਗਿਆਨੀ ਪਿੰਦਰਪਾਲ ਸਿੰਘ ਜੋ ਕਿ ਤਖਤ ਸ੍ਰੀ ਪਟਨਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੋਂ ਸਾਡੇ ਨਾਲ ਗੱਲਬਾਤ ਕਰ ਰਹੇ ਸਨ। ਗਿਆਨੀ ਪਿੰਦਰਪਾਲ ਸਿੰਘ ਹੋਰਾਂ ਨੇ ਬਹੁਤ ਹੀ ਖੁੱਲ੍ਹ ਕੇ ਵਿਚਾਰ ਕੀਤੀ ਹੈ ਕਿਸਾਨੀ ਮਸਲੇ ਦੇ ਉੱਪਰ ਵੀ, ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਦੇ ਬਾਰੇ ਵੀ ਉਹਨਾਂ ਨੇ ਸਾਨੂੰ ਦੱਸਿਆ, ਉਹਨਾਂ ਦੇ ਇਤਿਹਾਸ ਤੇ ਵੀ ਚਾਨਣਾ ਪਾਇਆ। ਗਿਆਨੀ ਜੀ ਦਾ ਕਹਿਣਾ ਹੈ ਕਿ ਕਿਸਾਨੀ ਮਸਲਾ ਜਲਦੀ ਤੋਂ ਜਲਦੀ ਹੱਲ ਹੋਣਾ ਚਾਹੀਦਾ ਹੈ ਤਾਂ ਕਿ ਕਿਸਾਨ ਆਪੋ ਆਪਣੇ ਕਰੀ ਜਾ ਸਕਣ। ਕੈਮਰਾਮੈਨ ਸੱਦਾਮ ਦੇ ਨਾਲ ਰਣਦੀਪ ਸਿੰਘ, ਜਗਬਾਣੀ ਟੀਵੀ, ਸ੍ਰੀ ਪਟਨਾ ਸਾਹਿਬ।